ਤੇ ਅੱਜ ਜਿਸ ਸੁਨੇਹੇ ਨੂੰ ਲੈ ਕੇ ਤੁਸੀਂ ਘਰ ਘਰ ਜਾਣਾ, ਉਹ ਸਾਡਾ ਸੁਨੇਹਾ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਜੇ ਬਾਪੂ ਸੂਰਤ ਸਿੰਘ ਖਾਲਸਾ ਦੀ ਸ਼ਹੀਦੀ ਹੁੰਦੀ ਆ ਤੇ ਉਹ ਬਾਦਲ ਸਰਕਾਰ ਦੇ ਕਫਨ ਵਿੱਚ ਆਖਰੀ ਕਿੱਲ ਹੋਊਗਾ। ਇਹ ਸਮੁੱਚੇ ਪੰਥ ਦਾ ਫੈਸਲਾ, ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਮਰਦੇ ਮਜਾਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਜਿਸ ਦਿਨ ਪੱਗ ਦਿੱਤੀ ਗਈ ਸੀ ਤੇ ਉਸ ਦਿਨ ਉਹਨਾਂ ਦਾ ਪਹਿਲਾ ਸ਼ਬਦ ਸੀ ਕਿ ਇਹ ਪੱਗ ਦਮਦਮੀ ਟਕਸਾਲ ਦੀ ਨਹੀਂ, ਇਹ ਪੱਗ ਕੌਮ ਦੀ ਆ ਤੇ ਮੈਂ ਇਸ ਪੱਗ ਨੂੰ ਕੌਮ ਦੀ ਪੱਗ ਸਮਝਦਾ ਹੋਇਆ ਕਦੇ ਦਾਗ ਨਹੀਂ ਲੱਗਣ ਦਊਂਗਾ। ਤੇ ਅੱਜ ਜਿਹੜਾ ਇੱਥੋਂ ਫੈਸਲਾ ਹੋਣਾ ਉਹ ਕੌਮ ਦਾ ਫੈਸਲਾ ਹੋਣਾ ਤੇ ਕੌਮ ਨੇ ਉਸ ਫੈਸਲੇ ਨੂੰ ਜਿੱਤ ਦੀਆਂ ਬਰੂਹਾਂ ਤੇ ਲੈ ਕੇ ਜਾਣਾ। ਤੇ ਹੁਣ ਮੈਂ ਬੇਨਤੀ ਕਰੂੰਗਾ ਸਰਦਾਰ ਓਂਕਾਰ ਸਿੰਘ ਜੀ ਬਰਾੜ ਨੌਜਵਾਨ ਫੈਡਰੇਸ਼ਨ ਵੱਲੋਂ ਉਹ ਸੰਗਤਾਂ ਨੂੰ ਸੰਬੋਧਨ ਕਰਨਗੇ ਤੇ ਉਹਨਾਂ ਤੋਂ ਬਾਅਦ ਏਕ ਨੂਰ ਖਾਲਸਾ ਫੌਜ ਵੱਲੋਂ ਰਜਿੰਦਰ ਸਿੰਘ ਜੀ ਬਾਜੇ ਕੇ ਤਿਆਰ ਰਹਿਣ। ਭਾਈ ਓਂਕਾਰ ਸਿੰਘ ਜੀ ਬਰਾੜ। ਬੁਲਾਰਿਆਂ ਦੇ ਸੱਜਣਾਂ ਬੇਨਤੀ ਆ ਉਹਨਾਂ ਦੇ ਚਰਨਾਂ 'ਚ ਕਿ ਜਦੋਂ ਅਗਲੇ ਬੁਲਾਰੇ ਦਾ ਨਾਂ ਲਿਆ ਜਾਂਦਾ ਉਹ ਸਟੇਜ ਦੇ ਕਰੀਬ ਆ ਜਾ ਕਰਨ। ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਗੁਰੂ ਸਾਹਿਬਾਂ ਦਾ ਬਖਸ਼ਿਆ ਹੋਇਆ ਨਾਰਾ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਭਾਈ ਜਸਪਾਲ ਸਿੰਘ ਜੀ ਹੇਰਾ ਸਾਹਿਬ ਨੇ ਹੁਕਮ ਕੀਤਾ ਸਟੇਜ ਵੱਲੋਂ ਕਿ ਸੀਮਿਤ ਸਮੇਂ ਦੇ ਵਿੱਚ ਹੀ ਬੁਲਾਰਿਆਂ ਨੇ ਬੋਲਣਾ, ਅਸੀਂ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਵੱਲੋਂ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਖਾਲਸਾ ਜੀ ਨੇ ਹੁਕਮ ਕੀਤਾ ਸੀ ਕਿ ਤੁਸੀਂ ਜ਼ਰੂਰ ਜਾਣਾ ਤੇ ਜਿਹੇ ਜਿਹਾ ਵੀ ਕੋਈ ਪ੍ਰੋਗਰਾਮ ਸੰਘਰਸ਼ ਕਮੇਟੀ ਵਿੱਢੂਗੀ ਉਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ। ਇੱਕ ਗੱਲ ਮੈਂ ਸੰਗਤ ਦੇ ਚਰਨਾਂ ਵਿੱਚ ਕਹਿਣੀ ਚਾਹੁੰਦਾ, ਜੇ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਸ਼ਹੀਦਾਂ ਨੇ ਖੂਨ ਡੋਲ ਕੇ ਬਣਾਇਆ ਸੀ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਭਤੀਜੇ ਭਾਈ ਅਮਰੀਕ ਸਿੰਘ, ਜਿਵੇਂ ਉਹਨਾਂ ਨੇ ਪੰਥ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੇ ਆ, ਸਾਡੀ ਸਾਰੀ ਹੀ ਨੌਜਵਾਨਾਂ ਦੀ ਇਹ ਅੰਦਰਲੀ ਮਨਸ਼ਾ ਕਿ ਅਸੀਂ ਫੇਰ ਉਸ ਤਰ੍ਹਾਂ ਹੀ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਉਸ ਬੁਲੰਦੀਆਂ ਤੇ ਲੈ ਕੇ ਜਾਈਏ ਜਿਵੇਂ ਉਹ ਕੌਮ ਦੀ ਗਵਾਹੀ ਕਰਦੇ ਰਹੇ ਆ। ਸਾਨੂੰ ਵੀ ਸਤਿਗੁਰ ਸੱਚੇ ਪਾਤਸ਼ਾਹ ਸਮੱਤ ਬਖਸ਼ਣ, ਅਸੀਂ ਵੀ ਤੁਹਾਡੇ ਨਾਲ ਮੋਢਾ ਲਾ ਕੇ ਚੱਲੀਏ। ਜਿਹੇ ਜਿਹਾ ਪ੍ਰੋਗਰਾਮ ਸੰਘਰਸ਼ ਕਮੇਟੀ ਵਿੱਢੂਗੀ ਅਸੀਂ ਵਿਸ਼ਵਾਸ ਦਿਵਾਉਂਦੇ ਆ ਭਾਈ ਪਰਮਜੀਤ ਸਿੰਘ ਖਾਲਸਾ ਵੱਲੋਂ ਕਿ ਅਸੀਂ ਤੁਹਾਡੇ ਨਾਲ ਆ। ਜਿਹੇ ਜਿਹਾ ਪ੍ਰੋਗਰਾਮ 'ਚ ਸਾਨੂੰ ਹੁਕਮ ਕਰੋਗੇ, ਪੂਰੇ ਸਮੁੱਚੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਤੁਹਾਡੇ ਨਾਲ ਮੋਢਾ ਲਾ ਕੇ ਖੜਾਂਗੇ। ਇੰਨਾ ਕੁਝ ਕਹਿੰਦਾ ਹੋਇਆ ਮੈਂ ਹਾਜ਼ਰੀ ਲਵਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਖਿਆ ਜਾਂਦਾ ਹੈ ਕਿ ਜਦੋਂ ਕਿਸੇ ਕੌਮ ਦੀ ਜਵਾਨੀ ਦੇ ਸਹੀ ਅਰਥ ਲੱਭ ਲਵੇ ਤੇ ਉਸ ਕੌਮ ਦੀ ਤਕਦੀਰ ਆ ਜਿਹੜੀ ਬਦਲ ਜਾਂਦੀ ਆ। ਅੱਜ ਜਦੋਂ ਅਸੀਂ ਇਹ ਚਿੰਤਾ ਕਰਦੇ ਸੀ ਕਿ ਸਾਡੀ ਜਵਾਨੀ ਨਸ਼ਿਆਂ ਦੇ ਰਾਹ, ਤਬਾਹੀ ਦੇ, ਮੌਤ ਦੇ ਰਾਹ ਤੁਰੀ ਹੋਈ ਆ ਤੇ ਸਾਨੂੰ ਦੂਸਰੇ ਪਾਸੇ ਖੁਸ਼ੀ ਹੁੰਦੀ ਆ ਉਸ ਜਵਾਨੀ ਨੂੰ ਦੇਖ ਕੇ ਜਿਹੜੀ ਅੱਜ ਦਮਾਲੇ ਸਜਾ ਕੇ, ਜਿਹੜੀ ਅੱਜ ਆਪਣੇ ਮਨ 'ਚ ਸਿੱਖੀ ਦਾ ਜਜ਼ਬਾ ਲੈ ਕੇ, ਸਿੱਖੀ ਦੇ ਪ੍ਰਤੀ ਕੁਰਬਾਨੀ ਦਾ ਜਜ਼ਬਾ ਲੈ ਕੇ ਅੱਜ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਇਕੱਤਰ ਹੋਈ ਆ। ਸੋ ਹੁਣ ਮੈਂ ਬੇਨਤੀ ਕਰੂੰਗਾ ਰਜਿੰਦਰ ਸਿੰਘ ਬਾਜੇ ਕੇ, ਹਰਜਿੰਦਰ ਸਿੰਘ ਬਾਜੇ ਕੇ ਏਕ ਨੂਰ ਖਾਲਸਾ ਵੱਲੋਂ, ਤੇ ਮੈਂ ਭਾਵੇਂ ਕਿ ਪਹਿਲਾਂ ਗੱਲ ਕੀਤੀ ਹੈ ਕਿ ਤੁਸੀਂ ਸਾਰੇ ਜਿਹੜੇ ਅੱਜ ਦੇ ਸਮਾਗਮ ਵਿੱਚ ਪਹੁੰਚੇ ਹੋ ਕੌਮ ਦੇ ਜਰਨੈਲ ਹੋ, ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੇ ਵਾਰਸ ਹੋ, ਪਰੰਤੂ ਕੁਝ ਹਾਜ਼ਰੀਆਂ ਨੇ ਜਿਹੜੀਆਂ ਬਹਾਦਰ ਸਿੰਘ ਜੀ, ਭਾਈ ਅਮਰਜੀਤ ਸਿੰਘ ਜੀ ਦਮਦਮੀ ਟਕਸਾਲ, ਜਥੇਦਾਰ ਗੁਰਮੀਤ ਸਿੰਘ ਜੀ ਗੋਰਾ, ਸੀਨੀਅਰ ਆਗੂ ਪੰਚ ਪ੍ਰਧਾਨੀ ਬਾਬਾ ਨਛੱਤਰ ਸਿੰਘ ਜੀ ਕੱਲਰ ਭੈਣੀ ਵਾਲੇ, ਨਰਿੰਦਰ ਸਿੰਘ ਜੀ ਖੁਸਰੋਪੁਰ, ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਬਲਰਾਜ ਸਿੰਘ ਖਾਲਸਾ ਪ੍ਰਧਾਨ ਮੋਗਾ, ਜਥੇਦਾਰ ਤਰਲੋਕ ਸਿੰਘ ਜੀ ਡੱਲਾ, ਜ਼ਿਲ੍ਹਾ ਪ੍ਰਧਾਨ ਜਗਰਾਓਂ, ਜਸਵੰਤ ਸਿੰਘ ਜੀ ਚੀਮਾ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਲੁਧਿਆਣਾ, ਓਂਕਾਰ ਸਿੰਘ ਜੀ ਜਿਹੜੇ ਕਿ ਹੁਣ ਸੰਗਤਾਂ ਨੂੰ ਸੰਬੋਧਨ ਕਰਕੇ ਗਏ ਨੇ, ਜਥੇ ਸਮੇਤ ਪਹੁੰਚੇ ਨੇ, ਪ੍ਰਧਾਨ ਮਨਜੀਤ ਸਿੰਘ ਜੀ ਜਤਾਲਾ, ਸ਼ਹਿਰੀ ਪ੍ਰਧਾਨ ਮਨਪ੍ਰੀਤ ਸਿੰਘ ਜੀ ਖਾਲਸਾ, ਜਗਜੀਤ ਸਿੰਘ ਜੀ ਜੋਧਪੁਰ, ਇਹਨਾਂ ਤੋਂ ਇਲਾਵਾ ਨਰਿੰਦਰ ਸਿੰਘ ਜੀ ਖੁਸਰੋ, ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਜਥੇਦਾਰ ਰੇਸ਼ਮ ਸਿੰਘ, ਜਥੇਦਾਰ ਦਿਦਾਰ ਸਿੰਘ, ਸਰਦਾਰ ਪ੍ਰਗਟ ਸਿੰਘ, ਭਾਈ ਦਰਸ਼ਨ ਸਿੰਘ।
ਸੋ ਇਸ ਤੋਂ ਇਲਾਵਾ ਮੈਂ ਧੰਨਵਾਦੀ ਹਾਂ ਸਿੱਖ ਜਾਗਰਤੀ ਲਹਿਰ ਭਵਾਨੀਗੜ੍ਹ ਭਾਈ ਮਲਕੀਤ ਸਿੰਘ ਜੀ ਆਪਣੇ ਜਥੇ ਸਮੇਤ ਪਹੁੰਚੇ ਨੇ, ਭਾਈ ਬਲਜੀਤ ਸਿੰਘ ਜੀ ਖਾਲਸਾ ਬੰਗਾਰ ਉਹਨਾਂ ਵੱਲੋਂ ਮਨਜੀਤ ਸਿੰਘ ਜੀ ਡੱਲਾ ਪਹੁੰਚੇ ਨੇ, ਸੁਰਿੰਦਰ ਸਿੰਘ ਜੀ ਅਕਾਲਗੜ੍ਹ, ਬਹਾਦਰ ਸਿੰਘ ਜੀ ਰਾਹੋਂ, ਗਿਆਨੀ ਦਵਿੰਦਰ ਸਿੰਘ ਜੀ ਸਾਂਝਾ ਦਲ, ਸਤਨਾਮ ਸਿੰਘ ਜੀ ਮਨਾਵਾ, ਬਾਬਾ ਰੇਸ਼ਮ ਸਿੰਘ ਜੀ ਖੁਸ਼ਰਾਣਾ, ਬਲਵਿੰਦਰ ਸਿੰਘ ਜੀ ਸ਼ਾਹਕੋਟ, ਭਾਈ ਬਲਵੰਤ ਸਿੰਘ ਜੀ ਗੋਪਾਲਾ। ਮੈਂ ਇਹਨਾਂ ਸਾਰਿਆਂ ਦਾ ਸਟੇਜ ਵੱਲੋਂ ਬੇਹੱਦ ਧੰਨਵਾਦੀ ਹਾਂ, ਕਿਉਂਕਿ ਤੁਸੀਂ ਆਪਣਾ ਫਰਜ਼, ਇਹ ਸਾਡਾ ਕੌਮੀ ਫਰਜ਼ ਆ ਕਿ ਅਸੀਂ ਕੌਮੀ ਸੰਘਰਸ਼ ਵਿੱਚ ਸ਼ਾਮਲ ਹੋਈਏ, ਤੁਸੀਂ ਆਪਣਾ ਫਰਜ਼ ਸਮਝਦੇ ਹੋਏ ਸ਼ਾਮਲ ਹੋਏ ਹੋ। ਧੰਨਵਾਦ। ਹੁਣ ਭਾਈ ਹਰਜਿੰਦਰ ਸਿੰਘ ਜੀ ਬਾਜੇ ਕੇ 5 ਮਿੰਟ ਲਈ ਸੰਗਤਾਂ ਨੂੰ ਸੰਬੋਧਨ ਕਰਨਾ। ਵਾਹਿਗੁਰੂ ਸਤਿਗੁਰੂ ਸਾਹਿਬ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੀ ਹੋਈ ਮਰਜੀ ਗੁਰਿਆਂ ਦੀ ਉਹ ਕੌਮ, ਸਤਿਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੀ ਗਈ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਮਹਾਨ ਇਕੱਠ ਦੇ ਵਿੱਚ ਸਾਡੇ ਵੱਲੋਂ ਸਾਡੇ ਕੌਮ ਦੇ ਦਿਲ ਧੜਕ ਜਰਨੈਲ ਸਾਡੀ ਏਕਤਾ ਖਾਲਸਾ ਫੌਜ ਜਥੇਬੰਦੀ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਜੀ ਨੇ ਆਪਣੀ ਹਾਜ਼ਰੀ ਲਗਾਉਣੀ ਸੀ, ਪਰ ਕਿਸੇ ਕਾਰਨਾਂ ਕਰਕੇ ਉਹਨਾਂ ਨੂੰ ਦਿੱਲੀ ਜਾਣਾ ਪੈ ਗਿਆ, ਜਿੰਦੇ ਕਰਕੇ ਉਹਨਾਂ ਨੇ 10 ਵਜੇ ਦੀ ਡਿਊਟੀ ਲਾਈ ਵੀ ਸੰਗਤਾਂ ਦੇ ਵਿੱਚ ਆਪਣੇ ਵਿਚਾਰ ਰੱਖ ਕੇ ਆ ਮੇਰੀ ਹਾਜ਼ਰੀ ਲਗਾਉਣੀ ਹੈ। ਸਭ ਤੋਂ ਪਹਿਲਾਂ ਬੇਨਤੀ ਕਰੀਏ, ਜੋ ਅੱਜ ਦੀਆਂ ਸਰਕਾਰਾਂ ਨੇ, ਅਸੀਂ ਇਹਦੇ ਵਿੱਚ ਸਾਰੀਆਂ ਗੱਡੀਆਂ ਰੋਕ ਕੇ ਵੇਖ ਲਈਆਂ, ਅਸੀਂ ਜਿਹੜਾ ਵੀ ਕੁਝ ਕਰ ਸਕਦੇ ਸੀ ਬਾਦਲ ਦੀ ਕੋਠੀ ਦਾ ਘਰਾਓ ਕਰਕੇ ਵੀ ਵੇਖ ਲਿਆ, ਸਭ ਕੁਝ ਕਰਕੇ ਵੇਖ ਲਿਆ। ਅੱਜ ਸਥਿਤੀ ਇੱਥੇ ਆ ਕੇ ਖੜ ਗਈ ਹੈ। ਨੌਜਵਾਨ ਬਜ਼ੁਰਗ ਜਿੰਨੇ ਇੱਥੇ ਇਕੱਤਰ ਹੋਏ ਹੈ ਉਹ ਸਾਡੇ ਮੂੰਹਾਂ ਵੱਲ ਵੇਖ ਰਹੇ ਹੈ ਵੀ ਹੁਣ ਇਹ ਤੋਂ ਅਗਲਾ ਪ੍ਰੋਗਰਾਮ ਕੀ ਹੈ। ਪਰ ਇੱਥੇ ਜਿਹੜੀ 11 ਮੈਂਬਰੀ ਕਮੇਟੀ ਚੁਣੀ ਗਈ ਹੈ ਉਹਦੇ ਵੱਲੋਂ ਵੀ ਜਿਹੜਾ ਵੀ ਸੰਘਰਸ਼ ਵਿੱਢਿਆ ਜਾਊਗਾ, ਅਸੀਂ ਪੂਰਨ ਆਸ ਦਿਵਾਉਂਦੇ ਹਾਂ, ਵਿਸ਼ਵਾਸ ਦਿਵਾਉਂਦੇ ਹਾਂ ਵੀ ਏਕ ਨੂਰ ਖਾਲਸਾ ਫੌਜ ਤੁਹਾਡੇ ਕੰਧੇ ਨਾਲ ਕੰਧਾ ਜੋੜ ਕੇ ਖੜੂਗੀ। ਜਿਹੜਾ ਵੀ ਪ੍ਰੋਗਰਾਮ ਤੁਸੀਂ ਕੋਈ ਉਲੀਕੋਗੇ ਉਹਦੇ ਵਿੱਚ ਤੁਹਾਡਾ ਸਾਥ ਵੱਧ ਚੜ੍ਹ ਕੇ ਦੇਵਾਂਗੇ। ਦੂਸਰੀ ਬੇਨਤੀ ਵੀ ਜੇਕਰ ਬਾਪੂ ਸੂਰਤ ਸਿੰਘ ਦੇ ਨਾਲ ਕੋਈ ਅਭੀ ਨਵੀ ਹੋ ਜਾਂਦੀ ਹੈ, ਇਹਦੇ ਬਾਅਦ ਭਾਈ ਲਖਵੀਰ ਸਿੰਘ ਜੀ ਮਾਲਮ ਜੋ ਕਿ ਏਕ ਨੂਰ ਖਾਲਸਾ ਫੌਜ ਵੱਲੋਂ ਭੁੱਖ ਹੜਤਾਲ ਤੇ ਬਹਿਣਗੇ। ਦੂਸਰੀ ਬੇਨਤੀ ਭਾਈ, ਆਪਾਂ ਵੱਧ ਚੜ੍ਹ ਕੇ ਜਿੰਨਾ ਵੀ ਕੁਛ ਇੱਥੋਂ ਅੱਜ ਪ੍ਰੋਗਰਾਮ ਸਾਨੂੰ ਮਿਲਦਾ ਹੈ, ਅਸੀਂ ਆਪਦੀ ਜਥੇਬੰਦੀ ਵੱਲੋਂ ਇਹ ਵਿਸ਼ਵਾਸ ਦਿਵਾਉਂਦੇ ਹਾਂ, ਅਸੀਂ ਤੁਹਾਡੇ ਨਾਲ ਖੜੇ ਹਾਂ। ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਜਿਸ ਤਰ੍ਹਾਂ ਗੱਲ ਕੀਤੀ ਆ ਭਾਈ ਹਰਜਿੰਦਰ ਸਿੰਘ ਹੋਰਾਂ ਨੇ, ਸ਼ਹਾਦਤਾਂ ਦੀ ਲਾਈਨ ਆ ਜਿਹੜੀ ਉਹ ਬਹੁਤ ਲੰਬੀ ਆ। ਸੰਘਰਸ਼ ਕਮੇਟੀ ਕੋਲ ਰੋਜ਼ਾਨਾ ਬਹੁਤ ਸਾਰੇ ਨਾਮ ਨੇ ਜਿਹੜੇ ਉਹ ਆਉਂਦੇ ਨੇ, ਜਿਹੜੇ ਇਸ ਗੱਲ ਦੀ ਪੇਸ਼ਕਸ਼ ਕਰਦੇ ਨੇ ਕਿ ਬਾਪੂ ਸੂਰਤ ਸਿੰਘ ਖਾਲਸਾ ਤੋਂ ਬਾਅਦ ਸਾਡੀ ਵਾਰੀ ਆ। ਸੋ ਉਹ ਲਾਈਨ ਆ ਜਿਹੜੀ ਬਹੁਤ ਲੰਬੀ ਆ ਕਿ ਅਸੀਂ ਜਾਣਦੇ ਹਾਂ ਕਿ ਜਦੋਂ ਤੋਂ ਕੌਮ ਇਸ ਧਰਤੀ ਤੇ ਦਸ਼ਮੇਸ਼ ਪਿਤਾ ਨੇ ਸਾਜੀ ਆ, ਸ਼ਹਾਦਤਾਂ ਦੀ ਲਾਈਨ ਸਾਡੀ ਹਮੇਸ਼ਾ ਲੰਬੀ ਰਹੀ ਆ। ਤੇ ਮੈਂ ਧੰਨਵਾਦ ਕਰਦਾ ਸੰਤ ਬਾਬਾ ਲਾਲ ਸਿੰਘ ਜੀ ਭਿੱਖੀ ਵਾਲੇ, ਗੁਰਪ੍ਰੀਤ ਸਿੰਘ ਜੀ ਸਿੱਖ ਯੂਥ ਆਫ ਪੰਜਾਬ, ਜਸਪਿੰਦਰ ਸਿੰਘ ਜੀ ਡੱਲੇਵਾਲ ਪੰਥਕ ਸੇਵਾ ਲਹਿਰ ਜ਼ਿਲ੍ਹਾ ਫਰੀਦਕੋਟ। ਮੈਂ ਇਹਨਾਂ ਸਾਰੇ ਸੱਜਣਾਂ ਦਾ ਧੰਨਵਾਦ ਕਰਦਾ। ਤੇ ਹੁਣ ਉਹ ਸਿੰਘ ਜਿਨ੍ਹਾਂ ਦੀ ਰਿਹਾਈ ਲਈ ਅਸੀਂ ਸੰਘਰਸ਼ ਕਰ ਰਹੇ ਹਾਂ, ਬੁਢਿਆਲ ਜੇਲ੍ਹ ਤੋਂ ਉਹਨਾਂ ਨੇ ਆਪਣਾ ਇੱਕ ਸੁਨੇਹਾ ਕੌਮ ਦੇ ਨਾਮ ਜਿਹੜਾ ਭੇਜਿਆ, ਉਹ ਭਾਈ ਜੰਗ ਸਿੰਘ ਜੀ ਸੰਗਤਾਂ ਨੂੰ ਉਹ ਸੁਨੇਹਾ ਜਿਹੜਾ ਪੜ੍ਹ ਕੇ ਸੁਣਾਉਣਗੇ। ਬੁਢਿਆਲ ਜੇਲ੍ਹ ਦੇ ਬੰਦੀ ਸਿੰਘ ਜਿਨ੍ਹਾਂ ਨੇ ਆਪਣੇ ਦਿਲ ਦੀਆਂ ਭਾਵਨਾਵਾਂ ਕੌਮ ਨਾਲ ਸਾਂਝੀਆਂ ਕਰਨੀਆਂ ਨੇ, ਉਹਨਾਂ ਭਾਵਨਾਵਾਂ ਨੂੰ ਤੁਹਾਡੇ ਸਾਹਮਣੇ ਰੱਖਣਗੇ ਭਾਈ ਜੰਗ ਸਿੰਘ ਜੀ। ਗੁਰੂ ਦੁਲਾਰੇ ਗੁਰੂ ਸਵਾਰੇ ਖਾਲਸਾ ਪੰਥ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਚਿੱਠੀ ਹੈ ਇਹ ਬੁਢਿਆਲ ਜੇਲ੍ਹ ਦੇ ਵਿੱਚ ਬੰਦ ਬੇਅੰਤ ਸਿੰਘ ਕਤਲकांड ਦੇ ਵਿੱਚ ਸਿੰਘਾਂ ਵੱਲੋਂ ਭੇਜੀ ਗਈ ਹੈ। ਪਿਛਲੇ 16 ਜਨਵਰੀ ਤੋਂ ਭੁੱਖ ਹੜਤਾਲ ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਜੀ ਜੋ ਲੰਮੇ ਸਮੇਂ ਤੋਂ ਬੰਦ ਆਪਣੀਆਂ ਸਜ਼ਾਵਾਂ ਭੋਗ ਚੁੱਕੇ ਵੀਰਾਂ ਦੀ ਬੰਦ ਖਲਾਸੀ ਲਈ ਮੈਦਾਨੇ ਜੰਗ ਵਿੱਚ ਡੋਲ ਡਟੇ ਹੋਏ ਹਨ। ਮੈਂ ਤੇ ਮੇਰੇ ਸਾਥੀ ਉਹਨਾਂ ਦੀਆਂ ਦਿਲ ਦੀਆਂ ਗਹਿਰਾਈਆਂ ਦਾ ਧੰਨਵਾਦ ਕਰਦੇ ਹਾਂ ਤੇ ਉਹਨਾਂ ਨੂੰ ਸਮੂਹ ਬੰਦੀ ਸਿੰਘਾਂ ਵੱਲੋਂ ਕੇਸਰੀ ਸਲਾਮ ਭੇਜਦੇ ਹਾਂ। ਇਹਨਾਂ ਦੀ ਅਡੋਲਤਾ ਸਾਡੇ ਮਨੋਂ ਮਨ ਨੂੰ ਪਹਾੜ ਜਿੱਡਾ ਬਲ ਦੇ ਰਹੀ ਹੈ। ਬਾਹਰ ਤੁਸੀਂ ਲਲਕਾਰ ਰਹੇ ਹੋ ਗੁਰੂ ਆਸਰੇ ਤੇ, ਤੁਹਾਡੀ ਇਸ ਸਿੰਘ ਗਰਜ ਦੀ ਧਮਕ ਬੁਢਿਆਲ ਜੇਲ੍ਹ ਦੀਆਂ ਕੰਧਾਂ ਨੂੰ ਸੁਬਾਹ ਸ਼ਾਮ ਬਾਪੂ ਸੂਰਤ ਸਿੰਘ ਖਾਲਸਾ ਜਿੰਦਾਬਾਦ ਦੇ ਨਾਅਰਿਆਂ ਨਾਲ
ਕਾਂਬਾ ਛੇੜ ਰਹੀ ਹੈ। ਜੋ ਦਾਸ ਵੱਲੋਂ ਪੂਰੇ ਜੋਸ਼ ਨਾਲ ਦੁਸ਼ਮਣਾਂ ਦੇ ਸਾਹਮਣੇ ਲਾਏ ਜਾਂਦੇ ਹਨ ਤੇ ਦੁਸ਼ਮਣ ਸਿਰਫ ਹੱਥ ਮਲ ਸਕਦਾ ਹੈ, ਸਾਨੂੰ ਰੋਕ ਨਹੀਂ ਸਕਦਾ। ਨਾਲੇ ਇਸ ਤੋਂ ਉੱਪਰ ਸਾਨੂੰ ਕਰ ਕੀ ਲਊਗਾ। ਇਸ ਲਈ ਜਦੋਂ ਤੱਕ ਸੰਘਰਸ਼ ਜਾਰੀ ਹੈ, ਬਾਹਰ ਤੁਹਾਡੇ ਵੱਲੋਂ ਅਤੇ ਅੰਦਰ ਵੀ ਇਸੇ ਤਰ੍ਹਾਂ ਜਾਰੀ ਰਹੂਗਾ ਤੇ ਪੰਥ ਦੀਆਂ ਗੂੰਜਾਂ ਪੈਂਦੀਆਂ ਰਹਿਣਗੀਆਂ। ਉਪਰੰਤ ਗੁਰੂ ਰੂਪ ਖਾਲਸਾ ਜੀ, ਅਸੀਂ ਉਹਨਾਂ ਸਾਰੇ ਵੀਰਾਂ ਤੇ ਭੈਣਾਂ ਦੀਆਂ ਮਾਈਆਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਸੰਘਰਸ਼ 'ਚ ਬਾਪੂ ਜੀ ਦਾ ਸਾਥ ਦਿੱਤਾ ਤੇ ਦੇ ਰਹੇ ਹਨ। ਅਸੀਂ ਭਾਵੇਂ ਪਿਛਲੇ 20 ਸਾਲ ਤੋਂ ਇਹਨਾਂ ਮੋਟੀਆਂ ਤੇ ਉੱਚੀਆਂ ਦੀਵਾਰਾਂ 'ਚ ਕੈਦ ਹਾਂ, ਪਰ ਇਹ ਮਨ 'ਚ ਰੀਝ ਉੱਠ ਰਹੀ ਹੈ ਕਿ ਬਾਪੂ ਜੀ ਦੀ ਅਡੋਲਤਾ ਤੇ ਨਵੀਂ ਪੀੜ੍ਹੀ ਦੇ ਸਿੱਖੀ ਪ੍ਰਤੀ ਭਾਵਨਾ ਦੇਖ ਕੇ ਕਿ ਜਿਵੇਂ ਮਿਥਿਹਾਸਕ ਕਥਾ ਅਨੁਸਾਰ ਰਾਖਸ਼ਾਂ ਤੇ ਦੇਵਤਿਆਂ ਨੇ ਰਲ ਕੇ ਤੇ ਸ਼ੇਸ਼ਨਾਗ ਨੂੰ ਰੱਸੀ ਦੀ ਤਰ੍ਹਾਂ ਵਰਤ ਕੇ ਸਮੇਰ ਪਰਬਤ ਨੂੰ ਮਧਾਣਾ ਬਣਾ ਕੇ ਸਮੁੰਦਰ ਰਿੜਕਿਆ ਸੀ। ਕਹਿੰਦੇ ਨੇ ਉਸ ਤੋਂ ਰਤਨ ਤੇ ਅੰਮ੍ਰਿਤ ਨਿਕਲਿਆ ਸੀ। ਐਵੇਂ ਹੀ ਇਸ ਸੰਘਰਸ਼ ਨੂੰ ਸਾਨੂੰ ਲੱਗ ਰਿਹਾ ਹੈ ਕਿ ਬਾਪੂ ਜੀ ਨੇ ਆਪਣੇ ਆਪ ਨੂੰ ਪੰਥ ਨੂੰ ਰੱਸੇ ਦੀ ਤਰ੍ਹਾਂ ਪੇਸ਼ ਕੀਤਾ ਹੈ ਤੇ ਪੰਥ ਖਾਲਸਾ ਇਸ ਹਾਲਾਤ ਰੂਪੀ ਸਮੁੰਦਰ ਤੋਂ ਕਮ ਸੇ ਕਮ 2 ਰਤਨ ਹੋਰ ਵੀ ਕੱਢ ਸਕਦਾ ਹੈ। ਇੱਕ ਤਾਂ ਸਾਡੇ ਬਜ਼ੁਰਗਾਂ ਵੱਲੋਂ ਬਣਾਈ ਨਿਰੋਲ ਪੰਥਕ ਜਥੇਬੰਦੀ ਸ਼੍ਰੋਮਣੀ ਅਕਾਲੀ ਦੀ ਸੁਰਜੀਤੀ ਤੇ ਦੂਸਰਾ ਸਾਡੇ ਗੁਰੂ ਧਾਮਾਂ ਦੀ ਸੇਵਾ ਸੰਭਾਲ ਲਈ ਬਣਾਈ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਜ਼ਾਦੀ ਅਤੇ ਇਸ ਤੋਂ ਏਕਤਾ ਰੂਪੀ ਅੰਮ੍ਰਿਤ ਕੱਢੋ ਤੇ ਸਾਰੀਆਂ ਪੰਥਕ ਜਥੇਬੰਦੀਆਂ ਇੱਕ ਵੱਡਾ ਮੁਹਾਜ਼ ਤਿਆਰ ਕਰਕੇ ਆਉਣ ਵਾਲੇ ਸਮੇਂ ਦੀ ਤਿਆਰੀ ਕਰਨ ਦੀ ਅਤੇ ਪੰਥ ਦੀ ਚੜ੍ਹਦੀ ਕਲਾ ਤਿਆਰੀ ਕਰੋ ਤੇ ਪੰਥ ਦੀ ਚੜ੍ਹਦੀ ਕਲਾ ਹੋ ਸਕੇ। ਮੈਂ ਜਦੋਂ ਪਹਿਲੀ ਵਾਰ ਪੈਰੋਲ ਤੇ ਆਇਆ ਸੀ ਉਦੋਂ ਕੁਝ ਪੱਤਰਕਾਰਾਂ ਨੇ ਮੈਨੂੰ ਪੁੱਛਿਆ ਸੀ, ਕਿਹਾ ਸੀ ਤੇ ਅੱਜ ਵੀ ਕਹਿ ਰਿਹਾ ਹਾਂ ਕਿ ਸਾਡੀਆਂ ਕੋਠੜੀਆਂ ਦੇ ਦਰਵਾਜ਼ੇ ਸਰਕਾਰਾਂ ਦੇ ਰਹਿਮੋ ਕਰਮ ਤੇ ਨਹੀਂ, ਨਾ ਅਦਾਲਤਾਂ ਦੇ ਇਨਸਾਫ ਨਾਲ ਖੋਲ੍ਹਣੇ ਨੇ। ਇਹ ਤਾਂ ਉਦੋਂ ਹੀ ਖੁੱਲ੍ਹਣਗੇ ਜਦੋਂ ਪੰਥ ਖਾਲਸਾ ਚਾਹੂਗਾ। ਜਦੋਂ ਵੀ ਪੰਥ ਖਾਲਸਾ ਇਕਜੁੱਟ ਹੋ ਕੇ ਆਪਣੇ ਆਕਾਰ ਰੂਪ 'ਚ ਆਵੇਗਾ ਉਦੋਂ ਸਾਡੀਆਂ ਜੇਲ੍ਹਾਂ ਦੇ ਦਰਵਾਜ਼ੇ ਖੁੱਲ੍ਹਣਗੇ, ਨਹੀਂ ਤਾਂ ਇਹ ਬੰਦ ਰਹਿਣਗੇ। ਇਹ ਤਜਰਬਾ ਅੰਬ ਸਾਹਿਬ ਵਾਲੇ ਮੋਰਚੇ 'ਚ ਸਾਰੀ ਦੁਨੀਆ ਦੇਖ ਚੁੱਕੀ ਹੈ। ਜਦੋਂ ਖਾਲਸਾ ਪੰਥ ਇਕਜੁੱਟ ਹੋ ਗਿਆ ਰਿਹਾਈ ਦੇ ਮੋਰਚੇ ਲਈ, ਇਸ ਲਈ ਅੰਤ 'ਚ ਮੈਂ ਸਾਰੇ ਸਿੰਘਾਂ ਵੱਲੋਂ ਬਾਪੂ ਸੂਰ ਸਿੰਘ ਖਾਲਸਾ ਤੇ ਉਹਨਾਂ ਦੇ ਪਰਿਵਾਰ ਦਾ ਸਭ ਤੋਂ ਵੱਧ ਸਮੂਹ ਖਾਲਸਾ ਪੰਥ ਦਾ ਧੰਨਵਾਦ ਕਰਦਾ ਹੋਇਆ ਭੁੱਲਾਂ ਚੁੱਕਾਂ ਦੀ ਮਾਫੀ ਮੰਗਦਾ ਹਾਂ। ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਅਸੀਂ ਸਾਰੇ ਇਸ ਗੱਲ ਬਾਰੇ ਭਲੀ ਭਾਂਤ ਜਾਣਦੇ ਹਾਂ ਕਿ ਜਦੋਂ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਪ੍ਰਭੂ ਸੱਤਾ ਸਥਾਪਿਤ ਨਹੀਂ ਹੁੰਦੀ, ਜਦੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਗੁਰੂ ਦੇ ਸਿੱਖਾਂ ਦੇ ਹੱਥ ਨਹੀਂ ਆਉਂਦਾ, ਉਦੋਂ ਤੱਕ ਜਿਹੜੇ ਸਿੱਖ ਪੰਥ ਦੀਆਂ ਆਏ ਦਿਨ ਦੀਆਂ ਸਮੱਸਿਆਵਾਂ ਨੇ ਇਹਨਾਂ ਨੂੰ ਅਸੀਂ ਦੂਰ ਨਹੀਂ ਕਰ ਸਕਦੇ। ਮੈਂ ਧੰਨਵਾਦ ਕਰਦਾ ਹਾਂ ਮਨਵਿੰਦਰ ਸਿੰਘ ਜੀ ਗਿਆਸਪੁਰਾ, ਚੇਅਰਮੈਨ ਸਰਬੱਤ ਖਾਲਸਾ ਲਹਿਰ, ਬਲਜੀਤ ਸਿੰਘ ਜੀ ਕਾਲਾ ਨੰਗਲ ਪ੍ਰਧਾਨ ਸਰਬੱਤ ਖਾਲਸਾ ਲਹਿਰ, ਵਿਸਾਖਾ ਸਿੰਘ ਜੀ ਪ੍ਰਧਾਨ ਸਰਬੱਤ ਖਾਲਸਾ ਲਹਿਰ, ਬਲਵੰਤ ਸਿੰਘ ਜੀ ਮੀਨੀਆ ਇੰਟਰਨੈਸ਼ਨਲ ਧਰਮ ਪ੍ਰਚਾਰ ਕਮੇਟੀ, ਤੇਜਿੰਦਰ ਸਿੰਘ ਜੀ ਸਰਬੱਤ ਖਾਲਸਾ ਲਹਿਰ, ਜਗਰੂਪ ਸਿੰਘ ਜੀ ਸਰਬੱਤ ਖਾਲਸਾ ਲਹਿਰ, ਜਗਦੀਪ ਸਿੰਘ ਜੀ ਤੇ ਜੋਗਾ ਸਿੰਘ ਜੀ ਸਰਬੱਤ ਖਾਲਸਾ ਲਹਿਰ। ਮੈਂ ਧੰਨਵਾਦੀਆਂ ਮਕੇਰੀਆ ਤੋਂ ਜਥੇਦਾਰ ਗੁਰਬਤਨ ਸਿੰਘ ਜੀ ਮੁਲਤਾਨੀ ਜਥਾ ਲੈ ਕੇ ਆਏ ਨੇ ਤੇ ਇਸੇ ਹੀ ਤਰ੍ਹਾਂ ਰਣਜੀਤ ਸਿੰਘ ਜੀ ਬਹਾਦਰ, ਪ੍ਰੀਤਮ ਸਿੰਘ ਜੀ ਕੌਂਕੇ, ਡਾਕਟਰ ਹਰਮਨਜੀਤ ਸਿੰਘ ਜੀ ਤੇ ਜਥੇਦਾਰ ਰਘਵਿੰਦਰ ਸਿੰਘ ਜੀ ਸਨਾਮ ਤੋਂ ਜਥਾ ਲੈ ਕੇ ਆਏ ਨੇ। ਅਸੀਂ ਧੰਨਵਾਦੀਆਂ ਬੀਬੀ ਨਰੇਸ਼ ਕੁਮਾਰ ਜੀ ਐਡਵੋਕੇਟ ਬਾਬਾ ਬਰਨਾਲਾ ਤੋਂ, ਉਹ ਹਰ ਪੰਥਕ ਸਮਾਗਮ ਵਿੱਚ ਸ਼ਾਮਲ ਹੁੰਦੇ ਨੇ। ਸੰਤ ਗਿਆਨੀ ਰਾਮ ਸਿੰਘ ਜੀ ਜਿਹੜੇ ਕਿ ਦਮਦਮੀ ਟਕਸਾਲ ਸੰਗਰਾਮਾਂ ਦੇ ਮੁਖੀ ਨੇ, ਉਹਨਾਂ ਵੱਲੋਂ ਗਿਆਨੀ ਕੁਲਦੀਪ ਸਿੰਘ ਜੀ ਸ਼ਾਮਲ ਹੋਏ ਨੇ। ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕੀਤੀ ਆ ਕਿ ਅੱਜ ਸਮੁੱਚਾ ਪੰਥ ਇੱਕ ਥਾਂ ਇੱਕ ਮਿਸ਼ਨ ਦੀ ਪ੍ਰਾਪਤੀ ਲਈ, ਇੱਕ ਨਿਸ਼ਾਨੇ ਦੀ ਪ੍ਰਾਪਤੀ ਲਈ ਇਕੱਤਰ ਹੋਇਆ। ਤੇ ਹੁਣ ਮੈਂ ਬੇਨਤੀ ਕਰੂੰਗਾ ਪੰਥ ਦੇ ਵਿਦਵਾਨ ਬੁੱਧੀਜੀਵੀ ਇਤਿਹਾਸਕਾਰ ਪ੍ਰੋਫੈਸਰ ਗੁਰਦਰਸ਼ਨ ਸਿੰਘ ਜੀ ਢਿੱਲੋਂ, ਉਹ ਸੰਗਤਾਂ ਨਾਲ ਆਪਣੇ ਵਿਚਾਰ ਨੇ ਜਿਹੜੇ ਉਹ ਸਾਂਝੇ ਕਰਨਗੇ। ਪ੍ਰੋਫੈਸਰ ਗੁਰਦਰਸ਼ਨ ਸਿੰਘ ਜੀ ਢਿੱਲੋਂ। ਇਸ ਤੋਂ ਬਾਅਦ ਮੈਂ ਬੇਨਤੀ ਕਰੂੰਗਾ ਭਾਈ ਬਲਵੀਰ ਸਿੰਘ ਜੀ ਮੁੱਛਲ ਨੂੰ, ਉਹ ਤਿਆਰ ਰਹਿਣ।
वाहेगुरु जी का खालसा वाहेगुरु जी की फतेह। मैं 4 मिनट थोड़े नाल गल्लां करनियां, गल्लां थोड़ियां बरीक आ, थोड़े जे अपने दिमाग का ध्यान मेरी गल वल देना, उस गल दे विचों कुछ गल कढांगे। धर्म या रिलीजन या फेथ धर्म के दूजे नाम। फेथ का मतलब की हुंदा पंजाबी च विश्वास, किसी चीज़ ते विश्वास कर लेना। जदों तुसी विश्वास कर लिया तो उस दे विचों एक चीज़ उगरदी है, एक चीज़ पैदा होंदी है, एक चीज़ जन्म लेंदी है, उसनूं कहंदे आ उम्मीद। गुरु नानक इस धरती ते आए, क्रांतिकारी सी, रेवोल्यूशनरी सी। उन्होंने विश्वास ही लोगों के विच, और उस विश्वास के विचों एक उम्मीद सी। की उम्मीद सी कि मैं इन्हां लोगों के विचों, कोई उन्हां कोल साधन नहीं सी, कोई ताकत नहीं सी, कोई सरमाया नहीं सी, पर एक विश्वास ही लोगों के उत्ते कि इन्हां लोगों तो वो मैं उम्मीद करदा कि एक कौम पैदा कर देंगा, एक ऐसी कौम ਜਿਹੜੀ ਵੱਡੀ ਤੋਂ ਵੱਡੀ ਚੈलेंज ਨੂੰ कबूल कर लेगी। गुरु पंजवें पातशाह ने एक पासे शहादत का अंजाम है, दूसरे पासे तुसी आओ आके अपना अपना धर्म छड़ दो, अपना विश्वास छड़ दो, अपना फेथ छड़ दो। गुरु अर्जन देव महाराज ने की देखा कि सामने उबलदियां हुई देगां दे विच पानी उबाले खा रहा है, चिंगियाड़े निकल रहे हैं, लाटां उगड़ रही हैं, और एक पासे की है, मैं उस लाटां दे विचों, उस उबलदे पानियां दे विचों, उस तपदी देग दे विचों एक कौम नूं जन्म देना है। वो उम्मीद सी, वो उम्मीद लैके गुरु अर्जन देव पंजवें पातशाह शहादत वालों चल रहे हैं। और शहादत की देख रहे सुपना, उन्होंने उबलदा पानी नहीं सी दिख रहा, उन्होंने बड़ियां बड़ियां लाटां नजर नहीं सी आ रही, उन्होंने सिर्फ एको चीज़ नजर आ रही सी कि उत्थे तो एक ठंडा पत्थर पिया, उस ठंडे पत्थर के उत्ते मैं बैठ जाना है और मैं शहादत कबूल कर लेनी है। उस शहादत दे विचों एक कौम ने जन्म लेना है। वो उम्मीद सी, वो उम्मीद सी। अज बाबा सूरत सिंह किस गल दे उत्ते शहादत दे रहे हैं? एक उम्मीद है थोथों, उस उम्मीद के सहारे पता नहीं 170 दिन या किन्ने दिन, मैनू गिनती नहीं उसकी आउंदी, इन्ने दिनां दे भुख हड़ताल दे उत्ते बैठे आ कि मेरी कौम सुती पई है, मेरी कौम नूं मैं जगाउणा है। और उसनूं याद कराउणा गुरु अर्जन देव, उसनूं याद कराउणा गुरु गोबिंद सिंह, उसनूं याद कराउणा गुरु तेग बहादुर, उसनूं याद कराउणा गुरु नानक देव महाराज। उस विश्वास दे विचों एक उम्मीद लैके वो थोड़े सामने नितरिया बुजुर्ग नेता। आओ वो जेड़े अंदर जेलों दे विच बैठे 170 या 75 आदमी बेचारे किहदे लई बैठे आ? कोई अपनी जायदाद के झगड़े लिए नहीं बैठे, कोई आपसी विरोध करके नहीं बैठे, वो थोड़े करके बैठे आ, वो सिख कौम करके बैठे आ। उन्होंने एक उम्मीद है, उन्होंने एक होप है, उन्होंने एक आशा है कि साडी कौम साडा दर्द लई बैठी है, और साडी कौम ये उम्मीद करती है कि उठेगी और उठ के एक ऐसा रेवोल्यूशन लियाएगी, एक ऐसी बगावत लियाएगी जिस बगावत के नाल टोटल तौर के उत्ते परिवर्तन आ जाएगा। प्रकाश सिंह बादल की चीज़ है? ठहर, प्रकाश सिंह बादल कोई चीज़ नहीं, बहुत मामूली चीज़ है। रहमो करम ते, थोड़े रहमो करम ते, दूसरे पासे मोदी दे रहमो करम ते। ओ बादल तो तुसी की उम्मीद रखते हो? खालसा जी, मैं एक गल कह के खत्म करूंगा कहानी, क्योंकि मैनू एहसास है टाइम का। 1956 दे विच पहली नॉन कांग्रेस गवर्नमेंट बनी केरला दे विच, और नबूदरी पाद उसका चीफ मिनिस्टर बनया। जिस वक्त तो चीफ मिनिस्टर बनया, एक उन्होंने पार्टी का कामरेड कम्युनिस्ट पार्टी की हुकूमत बनी, पहली नॉन कांग्रेस गवर्नमेंट हिंदुस्तान च बनी। तो उस की होया कि एक आदमी कामरेड किसी मौत या कतल के केस के जेल दे विच सी। जिस वक्त सौं खा ली, ध्यान देना, जिस वक्त सौं खा ली तो वह कह लग्या अपने ड्राइवर नूं, चल फलानी जेल दे विच चल। उत्थे जदों क्या जेल दे उहदे उत्ते जेलर नूं कहंदा जिंदे खोल दे, और जदों उस आदमी का नाम लैके बुला के उन्होंने कहंदा कामरेड अज तू आज़ाद है।
ਖਾਲਸਾ ਜੀ ਤੁਸੀਂ ਜੇ ਮਿਲਵਰਤਨ ਦਿਓ ਇੱਕ ਐਸੀ ਮਜ਼ਬੂਤ ਸਰਕਾਰ ਪੰਜਾਬ ਦੇ ਵਿੱਚ ਬਣਾਓ ਔਰ ਤੁਹਾਨੂੰ ਸਾਰੀਆਂ ਇਹ ਚੀਜ਼ਾਂ ਨਾ ਮੰਗਣੀਆਂ ਪੈਣ, ਨਾ ਸੰਘਰਸ਼ ਕਰਨਾ ਪਏ, ਨਾ ਭੁੱਖ ਹੜਤਾਲਾਂ ਕਰਨੀਆਂ ਪੈਣ। 1 ਮਿੰਟ ਦਾ ਕੰਮ ਨਹੀਂ ਹੈ। ਇਹ ਸਾਰੀ ਬੇਈਮਾਨੀ ਹੈ ਪ੍ਰਕਾਸ਼ ਸਿੰਘ ਬਾਦਲ ਦੀ, ਇਹ ਸਾਰੀ ਤੁਹਾਡੇ ਨਾਲ ਧੋਖਾਧੜੀ ਹੈ ਪ੍ਰਕਾਸ਼ ਸਿੰਘ ਬਾਦਲ ਦੀ। ਐ ਨਹੀਂ ਹੁੰਦਾ, ਉਹ ਨਹੀਂ ਹੁੰਦਾ, ਐ ਨਹੀਂ ਹੁੰਦਾ। ਜਿਹੜਾ ਇੱਥੇ ਪਿੰਕੀ ਕੈਟ 5 ਮਿੰਟਾਂ 'ਚ ਉਸ ਨੂੰ ਕੱਢ ਕੇ ਬਾਹਰ ਮਾਰਿਆ, ਹੋਰ ਜਿਨ੍ਹਾਂ ਨੇ ਸਿੱਖਾਂ ਬੱਚਿਆਂ ਨੂੰ ਕਤਲ ਕੀਤਾ ਉਹਨਾਂ ਨੂੰ ਬਾਹਰ ਕੱਢ ਕੇ ਉਹਨਾਂ ਦੀ ਨੌਕਰੀਆਂ ਤੇ ਬਹਾਲ ਕਰ ਦਿੱਤਾ। ਇਹ ਸਾਰੀ ਧੋਖਾਧੜੀ ਆ। ਇਹਨਾਂ ਨਾਲ ਵੀ ਧੋਖਾਧੜੀ ਆ ਜਿਹੜੇ ਉਹਦੇ ਕੋਲ ਜਾਂਦੇ ਆ, ਜਿਹੜੇ ਉਹ ਤੋਂ ਮੰਗਦੇ ਆ। ਮੰਗਣਾ ਕਿਸ ਤੋਂ? ਤੁਹਾਡਾ ਹੱਕ ਹੈ, ਤੁਹਾਡਾ ਰਾਈਟ ਹੈ, ਤੁਹਾਡੀ ਲੈਜੀਟੀਮੇਸੀ ਹੈ। ਸਰਕਾਰ ਬਣਾਓ, ਇਕੱਠੇ ਹੋਵੋ। ਜਿੰਨੀ ਦੇਰ ਇਕੱਠੇ ਨਹੀਂ ਹੁੰਦੇ ਸਰਦਾਰ ਸਾਹਿਬ, ਉਨੀ ਦੇਰ ਤੁਹਾਡਾ ਕੁਝ ਬਣਨ ਵਾਲਾ ਨਹੀਂ। ਜਿੰਨੀਆਂ ਮਰਜ਼ੀ ਮੰਗਾ ਕਰ ਲਓ, ਜਿੰਨੇ ਮਰਜ਼ੀ ਮੈਮੋਰੰਡਮ ਦੇ ਲਓ, ਜਿੰਨੀ ਮਰਜ਼ੀ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਚਲੇ ਜਾਓ। ਪ੍ਰਕਾਸ਼ ਸਿੰਘ ਬਾਦਲ ਤੁਹਾਨੂੰ ਜਵਾਬ ਦੇਣੀ ਹੈ, ਉਹ ਦਿੱਲੀ ਵਾਲਿਆਂ ਨੂੰ ਜਵਾਬ ਦੇ ਆ। ਇੰਨਾ ਹੀ ਕਹਿਣਾ, ਉਮੀਦ ਰੱਖੋ, ਉਮੀਦ ਹੋਏਗੀ ਸਭ ਕੁਝ ਹੋਏਗਾ, ਆਸ਼ਾ ਹੋਏਗੀ, ਤੁਹਾਡੀ ਤਾਕਤ ਬਣੇਗੀ, ਤੁਹਾਡੇ ਕੋਲ ਤਾਕਤ ਆਏਗੀ। ਵਾਹਿਗੁਰੂ ਜੀ ਕਾ ਖਾਲਸਾ। ਖਾਲਸਾ ਜੀ, ਇੱਕ ਗੱਲ ਮੈਂ ਇਸ ਦੇਸ਼ ਦੇ ਉਸ ਹਿੰਦੂਵਾਦੀ ਮੀਡੀਆ ਨੂੰ, ਜਿਹਨੂੰ ਅੱਜ 173 ਦਿਨਾਂ ਤੋਂ ਆਪਣੀ ਜਾਨ ਤਲੀ ਤੇ ਰੱਖ ਕੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਭੁੱਖ ਹੜਤਾਲ ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੀ ਯਾਦ ਨਹੀਂ ਆਈ, ਉਹਨਾਂ ਨੂੰ ਮੈਂ ਇਹ ਗੱਲ ਦੱਸ ਦੇਣੀ ਚਾਹੁੰਦਾ ਕਿ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ 'ਚ 11 ਵਜੇ ਤੋਂ ਮੱਥਾ ਟੇਕਣ ਵਾਲੇ ਸਿੰਘਾਂ ਦੀ ਲਾਈਨ ਲੱਗੀ ਹੋਈ ਆ ਤੇ ਹੁਣ ਸਮਾਂ ਵੇਖ ਲਓ। ਅੱਜ ਕੌਮ ਇਸ ਸੰਘਰਸ਼ ਪ੍ਰਤੀ ਕਿਸ ਤਰ੍ਹਾਂ ਜਾਗਰੂਕ ਹੋਈ ਆ, ਇਸ ਗੱਲ ਨੂੰ ਇਸ ਦੇਸ਼ ਦਾ ਹਾਕਮ ਤੇ ਇਸ ਦੇਸ਼ ਦਾ ਮੀਡੀਆ ਜੇ ਸਮਾਂ ਰਹਿੰਦੇ ਭਾਪ ਲਵੇ ਤੇ ਬਹੁਤ ਚੰਗੀ ਗੱਲ ਆ। ਤੇ ਹੁਣ ਮੈਂ ਬੇਨਤੀ ਕਰੂੰਗਾ ਭਾਈ ਬਲਵੀਰ ਸਿੰਘ ਜੀ ਮੁੱਛਲ ਨੂੰ ਤੇ ਉਹਨਾਂ ਤੋਂ ਬਾਅਦ ਅਕਾਲੀ ਦਲ ਸੁਤੰਤਰ ਦੇ ਪਰਮਜੀਤ ਸਿੰਘ ਜੀ ਸਹੌਲੀ। परम सत्कारयोग खालसा साध संगत जी, रसना गुरु पवित्र गज के आखो वाहिगुरु जी का खालसा वाहिगुरु जी की फतेह। आप अज सारे जुड़ बैठे हाँ गुरु के चरणों च। अरदास है कि साडे बहुत सत्कारयोग खालसा बापू सूरत सिंह जी, जिन्होंने संघर्ष कौम नूं जगाया है कि साडे ना राजे पाप कमाम दे उल्टी वाड़ खेत को खाई, कि ये जिहड़ा बादल बैठा है पाप कमा रहा है। जिहड़े सजा सिंह कोई कौम वास्ते संघर्ष जिन्होंने लड़िया सी, वो जेलों दे विच जो कानून के तहत सज़ा मिली वो भी भुग चुके हैं। तो बापू सूरत सिंह जी बादल की सोच यही होगी कि जे मैं एक गुरबख्श सिंह नूं खरीद लिया है तो इनू भी मैं खरीद लवांगा, ये मत सोचे। सुखबीर बादल मत सोचे कि मैं बापू सूरत सिंह नूं भी खरीद लवांगा, ये खरीदने वाला इंसान नहीं। तो जेड़े अज इत्थे बह गए ने, जे वो खरीदिया सी ते जेड़े उहदे कोल उदों गए सन वो भी खरीदे हुए सन, ते जेड़े अज बापू सूरत सिंह खालसा दे कोल पहुंचे ने ये भी नरोल खालसा के रूप में आए ने। ते कलंक बादल नूं बहुत वड्डा लग रहा है। ये जिंदगी च परिवार कोई कवे उन्हां दा कि मैं चंगा काम करके धो लवां तां भी नहीं धोता जाएगा। ते जिहड़ी संघर्ष कमेटी ने एक रूप रेखा लिखी हुई है, क्योंकि समा कटना बड़ा औखा है। असी जथे वालों सत्कार कमेटी वालों इन्हां दे धन्नवादी हाँ, जिहड़े रात दिन इस रूप रेखा नूं लीक रहे हैं। जो भी ये जथे नूं सेवा लाउणगे जथा ਸਿੰਘਾਂ समेत हाजिर होवेगा। पर यह कला आपां बापू जी नूं ना भुख हड़ताल ते बिठा छड़ीए, आपां भी कोई ना कोई एक दो दो करके नहीं, जेकर जिद्दां अज संगत इकत्र हुई है खालसे के रूप में, जेकर सारे एक थां होके बैठ जावांगे तो समझ लो
ਸਰਕਾਰ ਨੂੰ ਰਿਹਾ ਕਰਨੇ ਪੈਣਗੇ। ਇੰਨੀਆਂ ਕੁ ਬੇਨਤੀਆਂ ਨੂੰ ਕਰੋ ਪ੍ਰਵਾਨ। ਇੱਕੇ ਤੇ ਨਾ ਆਪਾਂ ਗੱਲ ਸੁੱਟ ਛੱਡੀਏ, ਆਪਾਂ ਵੀ ਆਪਣੇ ਸਰੀਰ ਨੂੰ ਢਾਲੀਏ ਇੱਧਰ ਬਾਪੂ ਵੱਲ ਸੇਧ ਲੈ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦੀ ਹਾਂ ਭਾਈ ਬਰਜਿੰਦਰ ਸਿੰਘ ਜੀ ਪਰਵਾਨਾ, ਵਿਦਿਆਰਥੀ ਦਮਦਮੀ ਟਕਸਾਲ ਰਾਜਪੁਰਾ। ਤੇ ਹੁਣ ਮੈਂ ਬੇਨਤੀ ਕਰੂੰਗਾ ਭਾਈ ਪਰਮਜੀਤ ਸਿੰਘ ਜੀ ਸਹੌਲੀ, ਅਕਾਲੀ ਦਲ ਸੁਤੰਤਰ ਨੂੰ। ਉਹਨਾਂ ਤੋਂ ਬਾਅਦ ਅਕਾਲੀ ਦਲ 1920 ਦੇ ਜਥੇਦਾਰ ਬੂਟਾ ਸਿੰਘ ਜੀ ਰਣਸੀਰ ਤਿਆਰ ਰਹਿਣ। ਪਰਮ ਸਤਿਕਾਰਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਦੀ ਸਾਂਝ ਪਾਓ, ਗੱਜ ਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਮੈਂ ਜਦੋਂ ਮੱਥਾ ਟੇਕਣ ਅੰਦਰ ਆ ਰਿਹਾ ਸੀ, ਮੱਥਾ ਟੇਕ ਕੇ ਮੈਂ ਤੇ ਬਾਬਾ ਨਛੱਤਰ ਸਿੰਘ ਜੀ ਕੱਲਰ ਭੈਣੀ ਵਾਲੇ ਮਹਾਂਪੁਰਖ ਜਿਹੜੇ ਮੇਰੇ ਨਾਲ ਆਏ ਨੇ, ਮੇਰੀ ਨਿਗਾਹ ਗਈ ਕਿ ਸਿੱਖ ਕੌਮ ਦੀ ਮਹਾਨ ਸ਼ਖਸੀਅਤ, ਕੌਮ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਨਾਲ ਜਿਹੜੇ ਸਿੰਘਾਂ ਨੇ ਲੰਮਾ ਸਮਾਂ ਸਫ਼ਰ ਕੀਤਾ, ਉਹਨਾਂ ਦੇ ਨੇੜੇ ਬਹਿ ਕੇ ਲਿਗ ਮਾਣਿਆ। ਉਹਨਾਂ ਨੂੰ ਵੇਖ ਕੇ ਮੈਨੂੰ ਇਉਂ ਲੱਗਦਾ ਸੀ ਕਿ ਜੇ ਮੈਂ ਇਹਨਾਂ ਲੋਕਾਂ 'ਚ ਖੜ ਕੇ ਬੋਲਾਂ ਤਾਂ ਮੈਨੂੰ ਇਹਨਾਂ ਨੇ ਕਹਿਣਾ ਕਿ ਕੱਲ ਦਾ ਸੂਕਾ ਸਾਨੂੰ ਸਮਝਾਉਣਾ। ਮੈਂ ਗੱਲ ਨੇੜੇ ਰੱਖਣੀ ਹੈ। ਬਾਪੂ ਸੂਰਤ ਸਿੰਘ ਖਾਲਸਾ ਜਦੋਂ ਦਾ ਸਾਡੇ ਨਾਲ ਵਾਹ ਪਿਆ, ਸਾਡੇ ਨਾਲ ਨੇੜਤਾ ਹੋਈ ਹੈ, ਉਹ ਇਨਸਾਨ ਹੈ। ਸਾਧ ਸੰਗਤ ਜੀ, ਗੁੱਸਾ ਨਾ ਕਰ ਜਿਓ ਕਿ ਕਹਿਣੀ ਤੇ ਕਰਲੀ ਦਾ ਪੂਰਾ। ਜਦੋਂ ਵੀ ਕਦੇ ਮੋਰਚਾ ਲੱਗਿਆ, ਸਰਕਾਰਾਂ ਵਾਲਿਆਂ ਨੇ ਨਹੀਂ ਲਾਇਆ। ਜਿਹੜਾ ਅੱਜ ਉੱਠਦਾ ਹਰੇਕ ਕਹਿੰਦਾ ਜੀ ਹਮਾਇਤ ਅਸੀਂ ਵੀ ਕਰਨ ਨੂੰ ਤਿਆਰ ਆ। ਵੀਰੋ, ਹਮਾਇਤ ਕਰ ਲਈ ਬਹੁਤ ਔਖੀ ਹੈ। ਹਮਾਇਤ ਉਹ ਕਰੂ ਜਿਹੜਾ ਪਹਿਲਾਂ ਜੇਲ੍ਹ ਨੂੰ ਜਾਣ ਨੂੰ ਤਿਆਰ ਹੋਊਗਾ। ਹਮਾਇਤ ਬਾਪੂ ਖਾਲਸੇ ਨੇ ਕੀਤੀ ਸੰਘਰਸ਼ਾਂ ਦੀ। ਸਾਨੂੰ ਕਹਿੰਦੇ ਰਹੇ, ਕਹਿੰਦੇ ਮੁੰਡਿਓ ਤੁਹਾਡਾ ਖਾਣ ਪੀਣ ਦਾ, ਉਮਰ ਹਟਾਉਣ ਦਾ ਮੌਕਾ ਹੈ। ਮੈਨੂੰ ਕੌਮ ਵਰਤ ਲਵੇ, ਜਿੱਥੇ ਮਰਜ਼ੀ ਵਰਤ ਲਿਓ। ਇੱਥੇ ਸਿੰਘ ਬੈਠੇ ਨੇ ਜਿਹੜੇ ਅਸੀਂ ਕਮੇਟੀ ਬਣਾ ਕੇ ਕਦੇ ਝੂਠੇ ਸੌਦੇ ਵਾਲੇ ਨਾਲ ਲੜੇ, ਕਦੇ ਰਾਧਾ ਸੁਆਮੀਆਂ ਨਾਲ ਲੜੇ, ਕਦੇ ਨੂਰ ਮਹਿਲੀਆਂ ਨਾਲ ਲੜੇ। ਉਹ ਸਿੰਘ ਸਾਰੇ ਇੱਥੇ ਬੈਠੇ ਨੇ, ਮਹਾਰਾਜ ਦੀ ਹਜ਼ੂਰੀ ਹੈ। ਪਰ ਅੱਜ ਬਾਪੂ ਖਾਲਸੇ ਦਾ ਦਿਨ ਰਾਦਾ ਇੱਕ ਝੂਠਾ ਗੁਰਬਖਸ਼ਾ ਬਹਿ ਗਿਆ ਸੀ। ਉਹ ਮਲਾਨ ਕਰਦਾ ਕਿ ਬਾਪੂ ਨਾਲ ਮੇਰਾ ਮਲਾਨ ਹੋ ਜੂ। ਬਾਪੂ ਉਦੋਂ ਅੰਬ ਸਾਹਿਬ ਵੀ ਕਹਿੰਦਾ ਰਿਹਾ ਕਿ ਗੁਰਬਖਸ਼ਾ ਡਾਲਾ ਖਾਨਾ, ਤੂੰ ਭੁਲੇਖੇ ਜਾ ਗਿਆ, ਤੂੰ ਸੱਚੇ ਪਾਤਸ਼ਾਹ ਦਾ ਝੂਠ ਬੋਲ ਰਿਹਾ। ਤੂੰ ਕਹਿ ਕੇ ਕਿ ਮੈਂ ਕਿਣਕਾ ਦੇਖ ਸਕਦਾ, ਗੱਫਾ ਸਕਦਾ, ਤੂੰ ਕੀ ਚੱਕਰ ਸਿੱਟਣ ਨੂੰ ਮਰਦਾ। ਜੇ ਤੇਰੀ ਚ ਨਹੀਂ ਜਾਨ, ਗੁਰਦੀਪ ਸਿੰਘ ਬਠਿੰਡੇ ਉਹਨਾਂ ਨੂੰ ਕਿਹਾ, ਇੱਥੇ ਬੈਠਾ ਹਰਪਾਲ ਚੀਮੇ ਆਉਣੀ, ਹੋਰ ਕਿੰਨੇ ਕਿਤੇ ਨਾਲ ਮਾਂ ਬਾਪੂ ਨੇ ਕਿਹਾ ਮੈਨੂੰ ਬਿਠਾ ਦੋ, ਨਹੀਂ ਕੌਮ ਦੀ ਬੇਇੱਜ਼ਤੀ ਕਰਾਉਣੀ ਆ ਇਨਸਾਨ ਨੇ। ਅੱਜ ਬਾਪੂ ਖਾਲਸੇ ਤੇ ਸਾਡੀ ਕੌਮ ਨੂੰ ਸਾਨੂੰ ਮਾਣ ਹੈ ਕਿ ਬਾਪੂ ਖਾਲਸਾ ਭੀਖ ਨਹੀਂ ਮੰਗਦਾ। ਜਿਹੜੇ ਕਹਿੰਦੇ ਆਪਾਂ ਕਿ ਅਸੀਂ ਬਾਦਲ ਕਿਆ ਤੋਂ ਛਡਾ ਲਾਂਗੇ, ਅਸੀਂ ਮੋਦੀਆਂ ਤੋਂ ਛਡਾ ਲਾਂਗੇ, ਬਾਪੂ ਖਾਲਸਾ ਕਹਿੰਦਾ ਸਿੰਘ ਰਿਹਾ ਹੁੰਦੇ ਰਹਿਣਗੇ। ਪਰ ਜਿਹੜੀ ਮੇਰੀ ਅਰਦਾਸ ਹੈ, ਮੇਰੀ ਅਰਦਾਸ ਗੁਰੂ ਦੇ ਕੰਨਾਂ 'ਚ ਪੀਤੀ ਆਵਾਜ਼ ਹੈ। ਜਿਹੜੀ ਆਵਾਜ਼ ਮੇਰੇ ਕੰਨ 'ਚ ਮੇਰੇ ਕਲਗੀਆਂ ਦੀ ਪਈ ਕਿ ਮੇਰਾ ਪੰਥ ਬਸੇ ਮੈਂ ਉਜੜਾ, ਉਹ ਮੈਂ ਮਰਨ ਨੂੰ ਤਿਆਰ ਆ। ਇੱਥੇ ਬਹੁਤ ਗੱਲਾਂ ਹੋਣਗੀਆਂ। ਸਾਧ ਸੰਗਤ ਦੀ ਗੱਲ ਨੂੰ ਮੈਂ ਨੇੜੇ ਲਾਵਾਂ, ਇਸ਼ਾਰਾ ਵੀ ਹੋ ਗਿਆ। ਮੇਰੀ ਬੇਨਤੀ ਹੈ ਕਿ ਤੁਹਾਡਾ ਸਾਰਿਆਂ ਦਾ ਧੰਨਵਾਦ।
पर एक बेनती है कि तरस करो कौम ते, ओ आया करो, ओ हाँ करा करो महाराज दी हजूरी च। जेड़े लिव जाओ, जे साडे वर्गे कच्चे पक्के हो तां संग तो माफी मंग के घरां नूं मुड़ जिया करो। उदों रौण आउंदा जदों धरो हुंदा ते जोधे जरनैलां जेड़ां दे बैठिया ਸਿੰਘਾਂ ਨੂੰ 4 दिन दुध पिलाउण तो बाद उसे दुध च जहर पिलाई जाती है। इहो जिहा काम ना करिए, महाराज नूं सच्चा सुच्चा गुरु हाजर नाज़र समझिए। चढ़दी कला ਸਿੰਘਾਂ दी होगी, बापू खालसे दी चढ़दी कला सदा ही रहनी है, साडे च रहे ना रहे। असीं अरदास करांगे सच्चे पातशाह बख्शिश करी कि बापू दे सच्चे संघर्ष नूं बूर पाई। सारी संगत दा धन्नवाद। बेनती है कमेटी वाले वीरां दे कि खालसा जी आपां भी इरादे दृढ़ रखिए। इत्थे हक हरेक नूं महाराज दी हजूरी च बोलण दा, पर किरपा करया करो, कह दिया करो उन्हां नूं खुल के कि वीरो साडे घर दा कम नहीं, इत्थे दा इह कम करो, तरस करो साडे दे जे नहीं निभ सकदी। कोई किसी नूं घरों नहीं बुलाउण जांदा, जिहदा कौम नाल प्यार है, करवाली करन नूं तैयार है, वह महाराज की हजूरी चाहता है, उही आया करो। इन्नी बेनती प्रवान। वाहिगुरू जी का खालसा, वाहिगुरू जी की फतेह। सत श्री अकाल। साडा सीस उन्हां शहीद परिवारां दे अगे हमेशा झुकदा रहिंदा जिन्हां ने कौम की अणख लई, कौम के स्वैमान लई, कौम की आज़ादी लई अपने धीआं पुत्तर बारे साडे च इस वेले हाज़र हुए ने शहीद जगराज सिंह जी रवैरो कांड के माता जी। सो मैं उन्होंने स्टेज वालों जी आया आखदा ते धन्नवाद भी करदा। ते शहीद कुलवंत सिंह जी खुखराना, उन्हों की धर्म पत्नी बीबी चरणजीत कौर जी, मैं उन्हों का भी धन्नवाद करदा। तो हुण मैं बेनती करूँगा जथेदार बूटा सिंह जी रिंसी अकाली दल 1920, उन्होंने तो बाद बाबा मनप्रीत सिंह जी, तो नाल दी नाल मैं बेनती करूँगा मनजीत सिंह जी कलकत्ता नूं, क्योंकि वो सेहत कार्य शायद दूर होणगे, कि कृपा करके उस स्टेज के नेड़े आ जाण। जथेदार बूटा सिंह जी रिंसी। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਰਾਜਮਾਨ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੈਠਾ ਸੋਚਦਾ ਸੀ, ਜਦੋਂ 1 ਮਈ 1985 ਨੂੰ ਬਾਬਾ ਜੋਗਿੰਦਰ ਸਿੰਘ ਜੀ ਖਾਲਸਾ ਨੇ ਸ਼੍ਰੋਮਣੀ ਅਕਾਲੀ ਦਲ ਬਣਾਇਆ, ਉਹਦਾ ਪਹਿਲਾ ਦਫ਼ਤਰ ਸਕੱਤਰ ਜਥੇਦਾਰ ਸੂਰ ਸਿੰਘ ਖਾਲਸਾ ਬਣਾਇਆ ਤੇ ਪੰਜਾਬ ਦੇ ਵਿੱਚ ਇੱਕ ਲਹਿਰ ਚਲਾਈ। ਲਹਿਰ ਕੀ ਸੀ ਕਿ ਜਿਹੜੇ ਨੌਜਵਾਨ ਜੇਲ੍ਹਾਂ 'ਚ ਬੰਦ ਉਹਨਾਂ ਨੂੰ ਰਿਹਾ ਕੀਤਾ ਜਾਵੇ, ਜੋਧਪੁਰ ਦੇ ਨੌਜਵਾਨਾਂ ਨੂੰ ਰਿਹਾ ਕੀਤਾ ਜਾਵੇ, ਧਰਮੀ ਫੌਜੀਆਂ ਨੂੰ ਰਿਹਾ ਕੀਤਾ ਜਾਵੇ, ਤੇ ਸਾਰੇ ਪੰਜਾਬ ਦੇ ਵਿੱਚ ਇੱਕ ਮਾਰਚ ਕੀਤਾ ਗਿਆ। ਆ ਬੈਠਾ ਜਥੇਦਾਰ ਤਰਲੋਕ ਸਿੰਘ ਡੱਲਾ ਯੋਧਾ, ਇਹੋ ਜਿਹੇ ਲੋਕ ਭਾਈ ਗੁਰਦੀਪ ਸਿੰਘ ਬਠਿੰਡੇ ਵਰਗੇ, ਡਾਕਟਰ ਭਗਵਾਨ ਸਿੰਘ ਵਰਗੇ, ਜਿਹੜੇ ਮੂਹਰਲੀਆਂ ਸਭਾ ਚੋ ਕੇ ਸਾਰੇ ਪੰਜਾਬ ਦਾ ਟੂਰ ਕਰ ਰਹੇ ਸਨ। ਤੇ ਠੀਕ 30 ਸਾਲ ਬਾਅਦ ਜਥੇਦਾਰ ਸੂਰ ਸਿੰਘ ਖਾਲਸੇ ਦੇ ਅੰਦਰ ਉਹ ਚੰਗਿਆੜੀ ਜਲਦੀ ਰਹੀ। 30 ਸਾਲ ਹੋ ਗਏ। 30 ਸਾਲਾਂ ਬਾਅਦ ਯੋਧੇ ਨੇ ਇਕੱਲੇ ਨੇ ਫਿਰ ਮੋਰਚਾ ਲਾ ਲਿਆ ਜਥੇਦਾਰ ਸੂਰ ਸਿੰਘ ਖਾਲਸੇ ਨੇ ਕਿ ਜਿਹੜੇ ਨੌਜਵਾਨ ਜੇਲ੍ਹਾਂ 'ਚ ਬੰਦ ਆ, ਕੈਦਾਂ ਪੂਰੀਆਂ ਹੋ ਚੁੱਕੀਆਂ ਨੇ, ਰਿਹਾ ਕਰੋ। ਔਰ ਉਹ ਮੋਰਚਾ ਜਿਹੜਾ 85 'ਚ ਲੱਗਿਆ ਸੀ, ਹਜ਼ਾਰਾਂ ਲੋਕ ਪਿੰਡਾਂ ਜਾਂਦੇ ਸੀ ਟਰੈਕਟਰਾਂ, ਟਰਾਲੀਆਂ, ਟਰੱਕਾਂ ਤੇ ਬਹਿ ਕੇ। ਪਰ ਇਸ ਯੋਧੇ ਨੇ 30 ਸਾਲ ਬਾਅਦ ਇਕੱਲੇ ਨੇ ਮੋਰਚਾ ਲਾ ਲਿਆ ਆਪਣੇ ਘਰ ਦੇ ਵਿੱਚ ਕਿ ਜਦੋਂ ਕੌਮ ਆਊਗੀ ਵੇਖੀ ਜਾਊ। ਅਸੀਂ ਰੋਕਿਆ ਵੀ, ਸੱਚੀ ਗੱਲ ਆ। ਜਸਵੀਰ ਸਿੰਘ ਖਡੂਰ, ਜਸਪਾਲ ਸਿੰਘ ਹੇਰਾ, ਗੁਰਦੀਪ ਸਿੰਘ ਬਠਿੰਡਾ, ਅਸੀਂ ਸਾਰਿਆਂ ਨੇ ਆਖਿਆ ਕਿ ਗੁਰਵਾਕ ਸਿੰਘ ਭੱਜ ਗਿਆ, ਗੱਲ ਚੱਲਣੀ ਨਹੀਂ। ਪਰ ਇਸ ਦਾ ਦ੍ਰਿੜ ਇਰਾਦਾ ਇਹ ਬਹਿ ਗਿਆ ਤੇ ਅੱਜ ਕੌਮ ਉਸ ਗੱਲ ਤੇ ਮੋਹਰ ਲਾਉਣ ਆਈ ਹੈ ਕਿ ਜਥੇਦਾਰ ਸੂਰ ਸਿੰਘ ਖਾਲਸੇ ਨੇ ਜੋ ਕੰਮ ਕੀਤਾ ਉਹ ਕੌਮ ਦੇ ਹਿੱਤ ਵਿੱਚ ਕੀਤਾ। ਅੱਜ ਸਰਕਾਰ ਭਾਵੇਂ ਕੁਝ ਵੀ ਕਰੇ, ਉਹਦੇ ਨੱਕ 'ਚ ਦਮ ਆਇਆ ਪਿਆ। ਇਹ ਗੱਲ ਮੈਂ ਤਾਂ ਕਹਿਣੀ ਚਾਹਣਾ
जिस दिन प्रकाश सिंह बादल नाल मीटिंग हुई वो थोड़ियां गल्लां इधर उधर करे ते भाई गुरदीप सिंह बठिंडा जो कन्वीनर इस कमेटी का उस योधे ने आख्या कि मुख्यमंत्री साहब जे ये गल्लां करनियां टाइम खराब ना करो, असीं आपदे घर नूं जाने आ, तुसीं आपदा काम करो। ते झट सारा प्रशासन ते मुख्यमंत्री लैन ते आ गए, गल्लां करन लग गए। इस करके तुहाडी शक्ति जहेदार सूरज सिंह खालसे दा दिल इरादा ये आए नहीं जाऊगा। कुर्बानी कोई खूज करदे हो रंग लिआउंदी आ ते जहेदार सूरज सिंह खालसे दे आ कौम पिठ खड़ी आ। इस करके बहुत वड्डी प्राप्ति भी है इस संघर्ष कमेटी की। सब तो वध समा साडे चों गुरदीप सिंह बठिंडे ने, भाई अमरीक सिंह अजनाले ने, भाई जसबीर सिंह खडूर साहब ने, जसपाल सिंह हेरा ने दिता। ते मैं इन्हां नूं बधाई दिना कि तुसीं जो संघर्ष लड़िया आपकी सूझबूझ नाल उहनूं बहुत वड्डे मुकाम ते तुसीं पहुंचाता। इस करके संगत नूं बेनती आ, भाई मनजिंदर सिंह जंडी मते पढ़ूगा, अगला प्रोग्राम देऊगा, तुसीं सारिਆਂ ने उस ते मोहर लाउणी आ। जो ये कहते आ वो आपां करना। तां जिहड़ी सरकार आ प्रकाश सिंह बादल चाहे मोदी की सरकार होवे, खालसा पंथ मगर ये कुछ भी कोई चीज़ नहीं। इस करके बेनती करनी आ। एक बेनती होर आ, सरदार जंग सिंह ने नौजवानों का जेल चों पत्र पढ़िया, सरदार गुरदर्शन सिंह ढिल्लों उही गल कह के गए आ जिहड़ी मैं कहना कि कौम इकट्ठी हो जाए, सारियां दी तड़फा। इस करके इत्थे बहुत कुर्बानी वाले बंदे बैठे स्टेज ते, भाई मोहकम सिंह, हरपाल सिंह चीमे होनी, तरलोक सिंह डल्ले होनी, इन्हां नूं सारियां नूं बेनती आ कि तुसीं अगे लगो। और मैं ये भी चाहना गुरु ग्रंथ साहब की हजूरी विच खड़ के कि जहेदार सूरज सिंह खालसा जिउंदा रहे, सिंह रिहा हो जाण और जथेदार सूरज सिंह खालसा पंथ नूं इकट्ठा करन विच भूमिका अदा करे और इत्थे पंथ की सरकार आवे, हलीमी राह स्थापित होवे। ये मैं कहना अपने वालों मेरी निजी सोच आ, गुरु ग्रंथ साहब पूरी करने है, साडी सच्चे सतगुरु किरपा करन। इस करके सारी संगत का जिथे मैं धन्नवाद भी करना, खास करके कमेटी का फिर करना कि जो तुसी प्रोग्राम दोगे असीं उत्ते दृढ़ता नाल पहरा देवांगे। तुहाडा एक एक वचन कहा साडे लई हुक्म होऊगा। वाहिगुरू जी का खालसा, वाहिगुरू जी की फतेह। सो बूटा सिंह जी रनसी का मैं धन्नवादी हाँ। तो इन्हों ने जदों तो बापू सूरज सिंह खालसा वाला संघर्ष शुरू होया, 4 बार बहुत बड़ा काफिला मोगे तो लैके हसनपुर तक आए ने, तो अज भी बड़े काफिले नाल आए ने। तो एक सिंह वालों क्योंकि परिवार वालों ये बेनती की गई सी बार बार कि वो इस संघर्ष में जिन्ना भी कोई खर्च होंदा वो अपने पल्लिओ करनगे, गुरु महाराज की बख्शिश आ। परंतु आ एक सिंह वालों 2000 रुपया जिहड़ा वो संघर्ष वास्ते भेजा गया। सो मैं ये संघर्ष कमेटी ने जिथे भी इनू लाउणा होऊगा मैं वो सिंह का भी धन्नवादी हाँ। तो हुण मैं